बहुत ही प्यारे बच्चों, मेरा नाम है सुखविंदर कौर ਤੇ ਅੱਜ ਆਪਾਂ ਗੱਲ ਕਰਾਂਗੇ ਬੱਚਿਓ ਸੁਹਾਗ ਬਾਰੇ। ਸੁਹਾਗ ਜੋ ਕਿ ਕੁੜੀ ਦੇ ਵਿਆਹ ਤੇ ਗਾਏ ਜਾਂਦੇ ਹਨ। ਇਸ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਹਾਵ ਭਾਵ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਤੇ ਸਹੁਰੇ ਘਰ ਨਾਲ ਇੱਕ ਰਸ ਵਿਆਹਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੱਭਿਆਚਾਰਕ ਪ੍ਰਭਾਵਾਂ ਦਾ ਉਲੇਖ ਹੁੰਦਾ ਹੈ। ਬਹੁਤੇ ਸੁਹਾਗ ਧੀ ਵੱਲੋਂ ਬਾਬਲ ਨੂੰ ਹੀ ਸੰਬੋਧਿਤ ਹੁੰਦੇ ਹਨ। ਬਾਬਲ ਲਈ ਧੀ ਦਾ ਵਿਆਹ ਇੱਕ ਅਜਿਹਾ ਕਾਰਜ ਹੁੰਦਾ ਹੈ ਜੋ ਧਰਮ ਅਖਵਾਉਂਦਾ ਹੈ, ਜਿਸ ਦੇ ਕਾਰਨ ਉਹ ਜੱਗ ਵਿੱਚ ਜਸ ਅਤੇ ਪੁੰਨ ਖੱਟਦਾ ਹੈ। ਦੂਜੀ ਖਾਸ ਗੱਲ ਇਹ ਹੈ ਕਿ ਇਸ ਕਾਰਜ ਲਈ ਸਾਂਝੇ ਪਰਿਵਾਰ ਦੇ ਸਾਰੇ ਮਰਦ, ਕੁੜੀ ਦੇ ਚਾਚੇ ਤਾਏ ਅਤੇ ਨੇੜੇ ਦੇ ਰਿਸ਼ਤੇਦਾਰ, ਮਾਮੇ ਨਾਨੇ ਆਦਿ ਵੀ ਆ ਜੁੜਦੇ ਹਨ। ਇਸ ਪ੍ਰਕਾਰ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸੁਹਾਗ ਦੇ ਗੀਤਾਂ ਵਿੱਚ ਧੀ ਲਈ ਬਾਬਲ ਰਾਜਾ ਹੈ ਅਤੇ ਉਸ ਦਾ ਘਰ ਮਹਿਲ ਹੈ। ਬਾਹਰ ਚੰਨਣ ਦਾ ਰੁੱਖ ਹੈ, ਤਲਾਅ ਤੇ ਚੰਬਾ ਖਿੜਦਾ ਹੈ। ਬਾਬਲ ਰਾਜੇ ਵਾਂਗ ਹੁੰਦਾ ਹੋਇਆ ਵੀ ਧੀ ਦਾ ਵਿਆਹ ਕਰਕੇ ਨਿਭ ਜਾਂਦਾ ਹੈ। ਧੀ ਦੇ ਵਿਛੜਨ ਸਮੇਂ ਬਾਬਲ ਹੀ ਨਹੀਂ, ਸਗੋਂ ਸਾਰਾ ਪਰਿਵਾਰ ਤੇ ਕਬੀਲਾ ਛਮ-ਛਮ ਰੋਂਦੇ ਹਨ। ਸੁਹਾਗ ਦੇ ਗੀਤਾਂ ਵਿੱਚ ਇਹ ਸਾਰੇ ਸੱਭਿਆਚਾਰਕ ਚਿੱਤਰ ਖੂਬ ਉਘੜਦੇ ਹਨ। ਸੋ ਬੱਚੋ, ਆਪਣੀ ਪਾਠ ਪੁਸਤਕ ਦੇ ਵਿੱਚ ਪਹਿਲਾ ਸੁਹਾਗ ਹੈ ਚੜ੍ਹ ਚੁਬਾਰੇ ਸੁੱਤਿਆ। ਕਿ ਚੜ੍ਹ ਚੁਬਾਰੇ ਸੁੱਤਿਆ ਬਾਬਲ ਆਈ ਬਨੇਰੇ ਦੀ ਛਾਂ, ਤੂੰ ਸੁੱਤਾ ਲੋਕੀ ਜਾਗਦੇ ਘਰ ਬੇਟੜੀ ਹੋਈ ਮੁਟਿਆਰ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀਆਂ ਤਲਾ, ਮੈਲ ਹੋਵੇ ਝੱਟ ਚੜ ਜਾਵੇ, ਰੂਪ ਨਾ ਚੜਿਆ ਜਾ। ਇੱਕ ਮੁਟਿਆਰ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਤੂੰ ਚੁਬਾਰੇ ਚੜ੍ਹ ਕੇ ਸੁੱਤਾ ਹੈ। ਮਤਲਬ ਚੁਬਾਰੇ ਚੜ੍ਹ ਕੇ ਸੋਣਾ ਇੱਕ ਬੇਫਿਕਰੀ ਦੀ ਨਿਸ਼ਾਨੀ ਲਈ ਵਰਤਿਆ ਜਾਂਦਾ ਹੈ। ਵੀ ਵਿਹੜੇ ਦੇ ਵਿੱਚ ਛਾਂ ਆ ਗਈ, ਮਤਲਬ ਬਹੁਤ ਦਿਨ ਚੜ੍ਹ ਚੁੱਕਿਆ ਹੈ ਪਰ ਤੂੰ ਹਾਲੇ ਤੱਕ ਸੁੱਤਾ ਪਿਆ ਹੈ। ਮਤਲਬ ਸਮਾਂ ਬਹੁਤ ਲੰਘ ਚੁੱਕਿਆ ਹੈ ਪਰ ਲੋਕੀ ਜਾਗ ਰਹੇ ਹਨ। ਤੇਰੀ ਧੀ ਮੁਟਿਆਰ ਹੋ ਗਈ ਹੈ, ਜੋ ਕਿ ਬਹੁਤ ਸੁੰਦਰ ਹੈ, ਤੇ ਤਲਾਅ ਤੇ ਨਹਾਉਣ ਜਾਣ ਨਾਲ ਉਹਦੀ ਮੈਲ ਤਾਂ ਉਤਰ ਜਾਂਦੀ ਹੈ ਪਰ ਰੂਪ ਨਹੀਂ ਝੜਦਾ ਹੈਗਾ। ਲੋਕ ਦੇਖ ਰਹੇ ਨੇ, ਇਸ ਕਰਕੇ ਤੈਨੂੰ ਕਾਰਜ ਰਚਾਉਣਾ ਚਾਹੀਦਾ ਹੈ। ਮਤਲਬ ਕਾਰਜ ਮਤਲਬ ਵਿਆਹ ਨੂੰ ਕਿਹਾ ਗਿਆ ਹੈ। ਅੱਗੇ ਆ ਗਿਆ, ਮਾਈ ਨੀ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ, ਸਾਡੇ ਹਾਣ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿੱਚ ਚਾਹ। ਬਾਬਲ ਰੋਂਦੇ ਦੀ ਦਾੜੀ ਭੀਜੀ ਵਾਰੀ, ਮਾਈ ਨੇ ਦਰਿਆ ਚਲਾ, ਵੀਰ ਰੋਂਦੇ ਦਾ ਰੁਮਾਲ ਭੀਜਾ ਵਾਰੀ, ਭਾਬੋ ਦੇ ਮਨ ਵਿੱਚ ਚਾਹ। ਮੁਟਿਆਰ ਧੀ ਕਹਿੰਦੀ ਹੈ ਕਿ ਹੇ ਮਾਂ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ। ਤੂੰ ਮੇਰੇ ਬਾਪ ਨੂੰ ਸਮਝਾ ਕਿ ਮੇਰੇ ਹਾਣ ਦੀਆਂ ਸਾਰੀਆਂ ਕੁੜੀਆਂ ਸਹੁਰੇ ਚਲੀਆਂ ਗਈਆਂ ਤੇ ਉਸ ਦੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ ਹੈ। ਤੇ ਇਹ ਸੁਣ ਕੇ ਬੇਬਸ ਬਾਪ ਰੋ ਰੋ ਕੇ ਅਥਰੂਆਂ ਨਾਲ ਆਪਣੀ ਦਾੜੀ ਭਿਉਂ ਲੈਂਦਾ ਹੈ ਅਤੇ ਮਾਂ ਵੀ ਬਹੁਤ ਰੋਂਦੀ ਹੈ। ਵੀਰ ਵੀ ਉਸ ਤੋਂ ਕੁਰਬਾਨ ਜਾਂਦਾ ਹੈ ਪਰ ਭਾਬੋ ਦੇ ਮਨ ਦੇ ਵਿੱਚ ਚਾਅ ਹੁੰਦਾ ਹੈ। ਚੜ੍ਹ ਚੁਬਾਰੇ ਸੁੱਤਿਆ ਚਾਚਾ, ਆਈ ਬਨੇਰੇ ਦੀ ਛਾਂ, ਤੂੰ ਸੁੱਤਾ ਲੋਕੀ ਜਾਗਦੇ ਘਰ ਭਤੀਜੀ ਹੋਈ ਮੁਟਿਆਰ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀਆਂ ਤਲਾ, ਮੈਲ ਹੋਵੇ ਝੱਟ ਚੜ ਜਾਵੇ ਵਾਰੀ, ਰੂਪ ਨਾ ਝੜਿਆ ਜਾ। ਇਸ ਤਰ੍ਹਾਂ ਬਿਲਕੁਲ ਹੀ ਜਿਵੇਂ ਲੜਕੀ ਆਪਣੇ ਬਾਬਲ ਨੂੰ ਕਹਿੰਦੀ ਹੈ, ਉਸ ਤਰ੍ਹਾਂ ਚਾਚੇ ਨੂੰ ਵੀ ਕਹਿੰਦੀ ਹੈ ਕਿ ਤੂੰ ਸੁੱਤਾ ਏ ਬੇਫਿਕਰਾ ਹੋਇਆ, ਪਰ ਲੜਕੀ ਜੋ ਤੇਰੇ ਘਰ ਦੀ ਧੀ ਹੈ ਉਹ ਮੁਟਿਆਰ ਹੋ ਚੁੱਕੀ ਹੈ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਜੇ ਮੈਂ ਛੰਨਾ ਦੁੱਧ ਦਾ ਲੈ ਕੇ ਤਲਾਅ ਦੇ ਉੱਪਰ ਨਹਾਉਣ ਜਾਂਦੀ ਹਾਂ, ਮੈਲ ਤਾਂ ਉਤਰ ਜਾਂਦੀ ਹੈ ਪਰ ਜੋ ਰੂਪ ਹੈ ਮੇਰਾ ਉਹ ਨਹੀਂ ਲੱਥਦਾ। ਲੋਕ ਗੱਲਾਂ ਕਰਦੇ ਨੇ, ਤੂੰ ਮੇਰਾ ਵਿਆਹ ਕਰ ਦੇ। ਤੇ ਅੱਗੇ ਉਸ ਤਰ੍ਹਾਂ ਹੀ ਹੈ, ਮਾਂ ਦੀ ਜਗ੍ਹਾ ਤੇ ਚਾਚੀ ਨੂੰ ਸੰਬੋਧਿਤ ਕੀਤਾ ਗਿਆ। ਚਾਚੀ ਨੀ ਸੁਣ ਮੇਰੀ ਇਹ ਵਾਰੀ, ਚਾਚੇ ਮੇਰੇ ਨੂੰ ਸਮਝਾ, ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿੱਚ ਚਾਹ। ਚਾਚੇ ਰੋਂਦੇ ਦੀ ਦਾੜੀ ਭੀਜੀ ਵਾਰੀ, ਚਾਚੀ ਨੇ ਦਰਿਆ ਚਲਾ, ਵੀਰ ਰੋਂਦੇ ਦਾ ਰੁਮਾਲ ਭੀਜਾ ਵਾਰੀ, ਭਾਬੋ ਦੇ ਮਨ ਵਿੱਚ ਚਾਹ। ਉਸ ਤਰ੍ਹਾਂ ਕਿ ਮੁਟਿਆਰ ਕੁੜੀ ਆਪਣੀ ਚਾਚੀ ਤੋਂ ਕੁਰਬਾਨ ਜਾਂਦੀ ਹੋਈ ਕਹਿੰਦੀ ਹੈ, ਹੇ ਮੇਰੀ ਚਾਚੀਏ, ਤੂੰ ਮੇਰੇ ਚਾਚੇ ਨੂੰ ਸਮਝਾ ਕਿ ਮੇਰੇ ਹਾਣ ਦੀਆਂ ਸਭ ਕੁੜੀਆਂ ਸਹੁਰੇ ਚਲੀਆਂ ਗਈਆਂ, ਮੇਰੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ ਹੈ। ਇਹ ਸੁਣ ਕੇ ਬੇਬਸ ਚਾਚੇ ਦੀ ਰੋਂਦੇ ਹੋਏ ਦੀ ਦਾੜੀ ਅਥਰੂਆਂ ਨਾਲ ਭਿੱਜ ਗਈ ਤੇ ਚਾਚੀ ਨੇ ਰੋ ਰੋ ਕੇ ਅਥਰੂਆਂ ਦਾ ਦਰਿਆ ਵਹਾ ਦਿੱਤਾ।
मैं अपने भरावां तो कुर्बान जांदी हाँ, जिसदा इस गल कारण अपने अथरू पूंजदे दा रुमाल भिज गया। मैं देखिया कि भाबो दे मन विच अपनी ननाण दे विआह दा अंतां दा चाਅ पैदा हो गया। सो उस तो बाद जिहड़ा दूजा सुहाग है, बेटी चन्नण दे ओले। बेटी चन्नण दे ओले ओले क्यों खड़ी, मैं तां खड़ी सा बाबल जी दे बार, बाबल वर लोड़ीए। बेटी किहो जिहा वर लोड़ीए, नी चाहिए किहो जिहा वर लोड़ीए। बाबल ज्यों तारियां विचों चन्न, चन्ना विचों काहन, कन्हैया वर लोड़ीए। इस सुहाग विच बाप बेटी नूं पुछदा है कि वह चंदन दे बूटे ओले क्यों खड़ी सी। बेटी उत्तर दिंदी है कि वह अपने बाप दे बूहे विच खड़ी सी तां जो ਉਹ ਉਸ ਨੂੰ ਦੱਸ ਸਕੇ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ। ਬਾਪ ਉਸ ਨੂੰ ਪੁੱਛਦਾ ਹੈ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ। ਉਹ ਉਸ ਨੂੰ ਖੁੱਲ੍ਹ ਕੇ ਦੱਸੇ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ। ਬੇਟੀ ਕਹਿੰਦੀ ਹੈ ਕਿ ਉਹ ਦੁਨੀਆ ਭਰ ਦੇ ਮੁੰਡਿਆਂ ਵਿੱਚੋਂ ਇਸ ਤਰ੍ਹਾਂ ਦਾ ਸਭ ਤੋਂ ਸੋਹਣਾ ਵਰ ਚਾਹੁੰਦੀ ਹੈ, ਜਿਸ ਤਰ੍ਹਾਂ ਹਜ਼ਾਰਾਂ ਤਾਰਿਆਂ ਵਿੱਚੋਂ ਸਭ ਤੋਂ ਸੋਹਣਾ ਤੇ ਮਨਮੋਹਣਾ ਚੰਦ ਹੁੰਦਾ ਹੈ। ਉਹ ਤਾਂ ਸੈਂਕੜੇ ਚੰਦਾਂ ਤੋਂ ਵੀ ਸੋਹਣਾ ਹੋਵੇ, ਜੋ ਕਿ ਕ੍ਰਿਸ਼ਨ ਵਰਗਾ ਮਨਮੋਹਣਾ ਹੋਵੇ। ਉਸ ਤੋਂ ਬਾਅਦ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ, ਮੈਂ ਤਾਂ ਖੜੀ ਸਾਂ ਮਾਮਾ ਜੀ ਦੇ ਬਾਰ, ਮਾਮਾ ਵਰ ਲੋੜੀਏ। ਨੀ ਜਾਈਏ ਕਿਹੋ ਜਿਹਾ ਵਰ ਲੋੜੀਏ। ਤਾਂ ਅੱਗੇ ਲੜਕੀ ਫੇਰ ਆਪਣੇ ਮਾਮੇ ਨੂੰ ਉਸ ਤਰ੍ਹਾਂ ਹੀ ਸੰਬੋਧਨ ਕਰਦੀ ਹੈ ਕਿ ਉਹ ਤਾਰਿਆਂ ਚੰਨਾਂ ਵਰਗਾ ਹੋਵੇ। ਬਿਲਕੁਲ ਉਸ ਤਰ੍ਹਾਂ ਜਿਵੇਂ ਉਹ ਬਾਬਲ ਨੂੰ ਉੱਪਰ ਲਿਖਿਆ ਹੈ ਉਸ ਤਰ੍ਹਾਂ ਹੀ ਹੋਊਗਾ। ਅਤੇ ਮਾਮਾ ਆਪਣੀ ਧੀ ਨੂੰ ਪੁੱਛਦਾ ਹੈ ਕਿ ਚੰਦਨ ਦੇ ਰੁੱਖ ਦੇ ਓਲੇ ਕਿਉਂ ਖੜੀ ਹੈ। ਤਾਂ ਭਾਣਜੀ ਉੱਤਰ ਦਿੰਦੀ ਹੈ ਕਿ ਉਹ ਇਸ ਕਰਕੇ ਖੜੀ ਹੈ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ। ਬਿਲਕੁਲ ਉਹੀ ਸਾਰੀਆਂ ਚੀਜ਼ਾਂ ਦੁਬਾਰਾ ਆ ਗਈਆਂ। ਅਤੇ ਉਸ ਤੋਂ ਬਾਅਦ ਜਿਹੜਾ ਤੀਜਾ ਸੁਹਾਗ ਆ ਜਾਂਦਾ ਬੱਚਿਓ, ਦੇਈ ਦੇਈ ਵੇ ਬਾਬਲਾ। ਦੇਈ ਦੇਈ ਵੇ ਬਾਬਲਾ ਉਸ ਘਰੇ, ਜਿੱਥੇ ਸੱਸ ਭਲੀ ਪ੍ਰਧਾਨ, ਸਹੁਰਾ ਸਰਦਾਰ ਹੋਵੇ। ਡਾ ਪੀੜਾ ਬਹਿੰਦੀ ਸਾਹਮਣੇ, ਵੇ ਮੱਥੇ ਕਦੇ ਨਾ ਪਾਉਂਦੀ ਵੱਟ। ਬਾਬਲ ਤੇਰਾ ਪੁੰਨ ਹੋਵੇ, ਪੁੰਨ ਹੋਵੇ ਤੇਰਾ ਦਾਨ ਹੋਵੇ। ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਇਸ ਦੇ ਵਿੱਚ ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿੱਚ ਵਿਆਹੇ ਜਿੱਥੇ ਸੱਸ ਮੰਨੀ ਪਰਮੰਨੀ ਸਰਦਾਰਨੀ ਹੋਵੇ ਅਤੇ ਸਹੁਰਾ ਰੱਜਿਆ ਪੁੱਜਿਆ ਸਰਦਾਰ ਹੋਵੇ। ਸੱਸ ਅਜਿਹੀ ਚੰਗੀ ਹੋਵੇ ਕਿ ਪੀੜਾ ਡਾ ਕੇ ਸਾਹਮਣੇ ਬੈਠੇ, ਪਰ ਕਦੇ ਵੀ ਉਹ ਮੱਥੇ ਵੱਟ ਨਾ ਪਾਵੇ। ਜੇਕਰ ਉਹ ਉਸ ਨੂੰ ਅਜਿਹੇ ਘਰ ਵਿੱਚ ਵਿਆਹੇਗਾ ਤਾਂ ਉਸ ਦਾ ਵੱਡਾ ਪੁੰਨ ਹੋਵੇਗਾ, ਉਸ ਦਾ ਵੱਡਾ ਦਾਨ ਹੋਵੇਗਾ। ਇਸ ਨਾਲ ਉਸ ਦੀ ਸਾਰੇ ਸ਼ਰੀਕਾਂ ਅਤੇ ਰਿਸ਼ਤੇਦਾਰਾਂ ਵਿੱਚ ਬਹੁਤ ਵਡਿਆਈ ਹੋਵੇਗੀ। ਉਸ ਤੋਂ ਬਾਅਦ ਦੇਈ ਦੇਈ ਵੇ ਬਾਬਲਾ ਉਸ ਘਰੇ, ਜਿੱਥੇ ਸੱਸ ਦੇ ਬਾਲੜੇ ਪੁੱਤ। ਇੱਕ ਮੰਗੀਏ ਇੱਕ ਵਿਆਹੀਏ, ਵੇ ਮੈਂ ਸ਼ਾਦੀਆਂ ਵੇਖਾਂ ਨਿੱਤ। ਬਾਬਲ ਤੇਰਾ ਪੁੰਨ ਹੋਵੇ, ਪੁੰਨ ਹੋਵੇ ਤੇਰਾ ਦਾਨ ਹੋਵੇ। ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਇਸ ਸੁਹਾਗ ਵਿੱਚ ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿੱਚ ਵਿਆਹ ਦੇਵੇ ਜਿੱਥੇ ਸੱਸ ਦੇ ਬਹੁਤ ਸਾਰੇ ਪੁੱਤਰ ਹੋਣ, ਤਾਂ ਜੋ ਸਹੁਰੇ ਘਰ ਦੇ ਵਿੱਚ ਆਪਣੇ ਦਿਓਰਾਂ ਦੇ ਵਿਆਹ ਕਰ ਕਰਕੇ ਰੋਜ਼ ਵਿਆਹ ਦੇਖੇ, ਰੋਜ਼ ਸ਼ਾਦੀਆਂ ਦੇਖੇ, ਰੋਜ਼ ਖੁਸ਼ੀਆਂ ਦੇਖੇ। ਜੇਕਰ ਉਹ ਉਸ ਨੂੰ ਅਜਿਹੇ ਘਰ ਵਿੱਚ ਵਿਆਹੇਗਾ ਤਾਂ ਉਸ ਦਾ ਵੱਡਾ ਪੁੰਨ ਹੋਵੇਗਾ ਅਤੇ ਉਸ ਦਾ ਵੱਡਾ ਦਾਨ ਹੋਵੇਗਾ। ਇਸ ਨਾਲ ਉਸ ਦੀ ਸਾਰੇ ਸ਼ਰੀਕਾਂ ਰਿਸ਼ਤੇਦਾਰਾਂ ਵਿੱਚ ਬਹੁਤ ਵਡਿਆਈ ਹੋਵੇਗੀ। ਅੱਗੇ ਦੇਈ ਦੇਈ ਵੇ ਬਾਬਲਾ ਉਸ ਘਰੇ, ਜਿੱਥੇ ਬੂਰੀਆਂ ਝੋਟੀਆਂ 60, ਇੱਕ ਰਿੜਕਾਂ ਇੱਕ ਜਮਾਇਸਾਂ, ਵੇ ਮੇਰਾ ਚਾਟੀਆਂ ਦੇ ਵਿੱਚ ਹੱਥ। ਬਾਬਲ ਤੇਰਾ ਪੁੰਨ ਹੋਵੇ, ਪੁੰਨ ਹੋਵੇ ਤੇਰਾ ਦਾਨ ਹੋਵੇ। ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿੱਚ ਵਿਆਹ ਕੇ ਦੇਵੇ ਭੇਜੇ ਜਿੱਥੇ ਦੁੱਧ ਦੇਣ ਵਾਲੀਆਂ 60-70 ਬੂਰੀਆਂ ਝੋਟੀਆਂ ਹੋਣ। ਉਸ ਨੂੰ ਇੱਕ ਦਾ ਦੁੱਧ ਰਿੜਕਦਿਆਂ ਅਤੇ ਦੂਜੀ ਦਾ ਜਮਾਉਂਦਿਆਂ ਵਾਰੀ ਨਾ ਆਉਂਦੀ ਹੋਵੇ। ਇਸ ਤਰ੍ਹਾਂ ਉਹ ਹਰ ਵੇਲੇ ਚਾਟੀਆਂ ਵਿੱਚ ਹੀ ਉਸ ਦਾ ਹੱਥ ਹੋਵੇ, ਅਰਥਾਤ ਉਹ ਹਰ ਰੋਜ਼ ਦੁੱਧ ਰਿੜਕਦੇ ਅਤੇ ਮੱਖਣ ਕੱਢਦੀ ਰਹੇ। ਜੇਕਰ ਉਹ ਬਾਬਲ ਉਸ ਨੂੰ ਅਜਿਹੇ ਘਰ ਵਿੱਚ ਵਿਆਹੇਗਾ ਤਾਂ ਇਸ ਨਾਲ ਉਸ ਦਾ ਬਹੁਤ ਵੱਡਾ ਦਾਨ ਗਿਣਿਆ ਜਾਵੇਗਾ, ਕਿਉਂਕਿ ਉਹ ਖਾਂਦੇ ਪੀਂਦੇ ਘਰ ਦੇ ਵਿੱਚ ਜਾਏਗੀ, ਇਸ ਲਈ ਉਸ ਦਾ ਪੁੰਨ ਲੱਗੇਗਾ। ਇਸ ਨਾਲ ਉਸ ਦੀ ਸਾਰੇ ਸ਼ਰੀਕਾਂ ਅਤੇ ਰਿਸ਼ਤੇਦਾਰਾਂ ਵਿੱਚ ਬਹੁਤ ਵਡਿਆਈ ਹੋਏਗੀ। ਇਸ ਤੋਂ ਬਾਅਦ ਹੈ ਦੇਈ ਦੇਈ ਵੇ ਬਾਬਲਾ ਉਸ ਘਰੇ, ਜਿੱਥੇ ਦਰਜੀ ਸੀਵੇ ਪੱਟ।
ਇੱਕ ਪਾਵਾਂ ਇੱਕ ਟੰਗਣੇ ਵੇ ਮੇਰਾ ਸੰਦੂਕਾਂ ਦੇ ਵਿੱਚ ਹੱਥ। ਬਾਬਲ ਤੇਰਾ ਪੁੰਨ ਹੋਵੇ ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿੱਚ ਵਿਆਹੇ ਜਿੱਥੇ ਦਰਜੀ ਹਰ ਸਮੇਂ ਰੇਸ਼ਮ ਦੇ ਕੱਪੜੇ ਤਿਆਰ ਕਰਦਾ ਰਿਹਾ ਹੋਵੇ ਅਤੇ ਉਹ ਨਿੱਤ ਨਵੇਂ ਸੂਟ ਪਾਵੇ। ਅੰਤਾਂ ਦੇ ਸੂਟ ਉਹਦੇ ਕਿੱਲੀਆਂ 'ਤੇ ਟੰਗੇ ਹੋਣ ਅਤੇ ਇਸ ਤਰ੍ਹਾਂ ਉਹ ਸੰਦੂਕਾਂ ਦੇ ਵਿੱਚ ਹੀ ਹੱਥ ਰੱਖਦੀ ਹੋਵੇ ਕਿਉਂਕਿ ਉਹਦੇ ਕੋਲ ਬਹੁਤ ਸਾਰੇ ਸੂਟ ਹੋਣ। ਜੇਕਰ ਉਹ ਉਸਨੂੰ ਅਜਿਹੇ ਰੱਜੇ ਪੁੱਜੇ ਘਰ 'ਚ ਵਿਆਹੇਗਾ ਤਾਂ ਉਸ ਦਾ ਬਹੁਤ ਵੱਡਾ ਪੁੰਨ ਹੋਏਗਾ, ਇਸ ਨਾਲ ਉਸ ਦੀ ਵਡਿਆਈ ਹੋਵੇਗੀ। ਇਸ ਤੋਂ ਅੱਗੇ ਦੇਈਂ ਵੇ ਬਾਬਲ ਉਸ ਘਰੇ, ਜਿੱਥੇ ਘਾੜ ਘੜੇ ਸੁਨਿਆਰ, ਇੱਕ ਪਾਵਾਂ ਦੂਜਾ ਡੱਬੜੇ ਵੀ ਮੇਰਾ ਡੱਬਿਆਂ ਦੇ ਵਿੱਚ ਹੱਥ। ਬਾਬਲ ਤੇਰਾ ਪੁੰਨ ਹੋਵੇ ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਇਸ ਵਿੱਚ ਮੁਟਿਆਰ ਕੁੜੀ ਉਸ ਤਰ੍ਹਾਂ ਕਹਿੰਦੀ ਹੈ ਕਿ ਅਜਿਹੇ ਘਰ ਵਿੱਚ ਉਸ ਦਾ ਵਿਆਹ ਹੋਣਾ ਚਾਹੀਦਾ ਹੈ ਜਿੱਥੇ ਸੁਨਿਆਰਾ ਹਰ ਰੋਜ਼ ਨਵੇਂ ਗਹਿਣੇ ਘੜੇ, ਉਹ ਮਰਜ਼ੀ ਦੇ ਗਹਿਣੇ ਪਾਵੇ ਅਤੇ ਲਾ ਕੇ ਸੁੱਟ ਦੇਵੇ ਅਤੇ ਇਸ ਤਰ੍ਹਾਂ ਡੱਬੀਆਂ ਦੇ ਵਿੱਚ ਗਹਿਣੇ ਕੱਢਦਿਆਂ ਅਤੇ ਰੱਖਦਿਆਂ ਉਹ ਹਰ ਵੇਲੇ ਗਹਿਣਿਆਂ ਦੇ ਨਾਲ ਭਰੀ ਰਹੇ। ਜੇਕਰ ਬਾਬਲ ਅਜਿਹੇ ਘਰ ਵਿੱਚ ਉਸ ਦਾ ਵਿਆਹ ਕਰੇਗਾ ਤਾਂ ਉਸ ਦਾ ਬਹੁਤ ਪੁੰਨ ਹੋਵੇਗਾ, ਉਸ ਦਾ ਦਾਨ ਹੋਵੇਗਾ ਅਤੇ ਸ਼ਰੀਕਾਂ ਵਿੱਚ ਵੀ ਉਸ ਦੀ ਇੱਜ਼ਤ ਬਣੇਗੀ। ਉਸ ਤੋਂ ਬਾਅਦ ਚੌਥਾ ਜੋ ਸੁਹਾਗ ਹੈ ਬੱਚਿਓ, ਅੱਸੂ ਦਾ ਕਾਜ ਰਚਾ। ਮੈਂ ਤੈਨੂੰ ਆਖਦੀ ਬਾਬਲਾ ਮੇਰਾ ਅੱਸੂ ਦਾ ਕਾਜ ਰਚਾਵੇ ਹਾਂ, ਅੰਨ ਨਾ ਤਰੱਕੇ ਕੋਠੜੀ ਤੇਰਾ ਦਹੀਂ ਨਾ ਅਮਲਾ ਜਾਵੇ, ਬਾਬਲ ਮੈਂ ਬੇਟੀ ਮੁਟਿਆਰ ਵੇ ਬਾਬਲ ਧਰਮੀ ਮੈਂ ਬੇਟੀ ਮੁਟਿਆਰ। ਇਸ ਸੁਹਾਗ ਵਿੱਚ ਇੱਕ ਕੁੜੀ ਦੇ ਮਨੋਭਾਵਾਂ ਦਾ ਜ਼ਿਕਰ ਆਇਆ ਹੈ ਜਿਸ ਦੇ ਬਾਪ ਨੇ ਉਸ ਦਾ ਵਿਆਹ ਧਰ ਦਿੱਤਾ ਹੈ, ਪਰ ਉਹ ਅੱਸੂ ਦੇ ਚੰਗੇ ਮੌਸਮ ਵਾਲੇ ਮਹੀਨੇ ਵਿੱਚ ਵਿਆਹ ਕਰਨਾ ਚਾਹੁੰਦੀ ਹੈ। ਉਸ ਦਾ ਭਾਵ ਕਿ ਉਹ ਜ਼ਰਾ ਠਹਿਰ ਕੇ ਵਿਆਹ ਕਰੇ ਤਾਂ ਜੋ ਉਸ ਦੇ ਘਰ ਦੇ ਜੋ ਸਮਾਨ ਰੱਖਿਆ ਹੈ ਵਿਆਹ ਲਈ ਉਹ ਖਰਾਬ ਨਾ ਹੋਵੇ। ਇਸ ਸੁਹਾਗ ਵਿੱਚ ਇੱਕ ਮੁਟਿਆਰ ਕੁੜੀ ਦੇ ਅਜਿਹੇ ਮਨੋਭਾਵਾਂ ਨੂੰ ਅੰਕਿਤ ਕੀਤਾ ਗਿਆ ਹੈ ਜਿਸ ਵਿੱਚ ਉਹ ਆਪਣੇ ਪੇਕੇ ਪਰਿਵਾਰ ਦੀ ਬਹੁਤ ਪਰਵਾਹ ਕਰਦੀ ਹੈ। ਉਹ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਅੱਸੂ ਦੇ ਮਹੀਨੇ ਭਾਵ ਜਿਸ ਵਿੱਚ ਨਾ ਤਾਂ ਗਰਮੀ ਹੁੰਦੀ ਹੈ ਨਾ ਹੀ ਬਹੁਤੀ ਠੰਡ ਹੁੰਦੀ ਹੈ, ਅਜਿਹੇ ਮੌਸਮ ਵਿੱਚ ਅਨਾਜ ਭੋਜਨ ਖਰਾਬ ਨਹੀਂ ਹੁੰਦਾ ਅਤੇ ਉਹ ਚਾਹੁੰਦੀ ਹੈ ਕਿ ਉਸਦੇ ਪਿਓ ਦਾ ਉਸਦੇ ਪਿਤਾ ਜੀ ਦਾ ਨੁਕਸਾਨ ਨਾ ਹੋਵੇ ਅਤੇ ਉਹ ਅਜਿਹੇ ਮਹੀਨੇ ਦੇ ਵਿੱਚ ਵਿਆਹ ਕਰਨਾ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਉਸਦੇ ਵਿਆਹ ਲਈ ਕਾਹਲੀ ਨਾ ਕਰੇ ਉਸਦਾ ਪਿਤਾ ਅਤੇ ਉਹ ਉਸਨੂੰ ਵਿਆਹ ਹੁਣੇ ਧਰਨ ਦੀ ਬਜਾਏ ਅੱਸੂ ਦੇ ਮਹੀਨੇ ਵਿੱਚ ਉਸਦਾ ਵਿਆਹ ਧਰੇ ਕਿਉਂਕਿ ਇਸ ਮਹੀਨੇ ਵਿੱਚ ਗਰਮੀ ਘਟ ਜਾਂਦੀ ਹੈ। ਉਹ ਕਹਿੰਦੀ ਹੈ ਕਿ ਠੀਕ ਹੈ, ਉਹ ਉਸ ਦੀ ਮੁਟਿਆਰ ਧੀ ਹੈ ਅਤੇ ਉਸ ਦਾ ਵਿਆਹ ਕਰਨਾ ਉਸ ਦਾ ਧਰਮ ਹੈ, ਪਰ ਇਸ ਲਈ ਉਹ ਜ਼ਰਾ ਠਹਿਰ ਜਾਵੇ ਤਾਂ ਜੋ ਉਹ ਮਾਪਿਆਂ ਦੇ ਘਰ ਦਾ ਆਨੰਦ ਕੁਝ ਸਮਾਂ ਹੋਰ ਲੈ ਸਕੇ ਅਤੇ ਉਹਨਾਂ ਦੇ ਮਾਪਿਆਂ ਦਾ ਨੁਕਸਾਨ ਵੀ ਨਾ ਹੋਵੇ। ਉਸ ਤੋਂ ਬਾਅਦ ਅੰਦਰ ਛੜੀਏ ਬਾਹਰ ਤਲੀਏ ਦਿੱਤਾ ਸੁ ਕਾਜ ਰਚਾ, ਬਾਬਲ ਮੈਂ ਬੇਟੀ ਮੁਟਿਆਰ ਵੇ ਬਾਬਲ ਧਰਮੀ ਮੈਂ ਬੇਟੀ ਮੁਟਿਆਰ। ਇਸ ਵਿੱਚ ਮੁਟਿਆਰ ਧੀ ਕਹਿੰਦੀ ਹੈ ਕਿ ਉਸ ਦੇ ਬਾਪ ਨੇ ਉਸ ਦੀਆਂ ਭਾਵਨਾਵਾਂ ਦੀ ਪਰਵਾਹ ਕੀਤੇ ਬਿਨਾਂ ਉਸ ਦਾ ਵਿਆਹ ਧਰ ਦਿੱਤਾ ਹੈ। ਫਲਸਰੂਪ ਘਰ ਦੇ ਅੰਦਰ ਤੇ ਬਾਹਰ ਅੰਨ ਨੂੰ ਛੜ ਕੇ ਸਾਫ਼ ਕਰਨ, ਦਲਣ ਤੇ ਪੀਹਣ ਦਾ ਕੰਮ ਆਰੰਭ ਹੋ ਗਿਆ ਹੈ। ਪਰ ਉਹ ਚਾਹੁੰਦੀ ਸੀ ਕਿ ਬੇਸ਼ੱਕ ਉਹ ਮੁਟਿਆਰ ਹੋ ਚੁੱਕੀ ਹੈ ਅਤੇ ਉਸ ਦਾ ਵਿਆਹ ਕਰਨਾ ਉਸ ਦੇ ਬਾਪ ਦਾ ਧਰਮ ਹੈ, ਪਰ ਉਸ ਦਾ ਵਿਆਹ ਜ਼ਰਾ ਠਹਿਰ ਕੇ ਕਰੇ ਤਾਂ ਜੋ ਉਹ ਬੇਫਿਕਰ ਹੋ ਕੇ ਵਿਆਹ ਕਰ ਸਕੇ। ਇਸ ਤੋਂ ਬਾਅਦ ਬਾਬਲ ਮੇਰੇ ਦਾਜ ਬਹੁਤ ਦਿੱਤਾ, ਮੋਤੀ ਦਿੱਤੇ ਅਣਤੋੜ, ਬਾਬਲ ਮੈਂ ਬੇਟੀ ਮੁਟਿਆਰ ਵੇ ਧਰਮੀ ਬਾਬਲ ਮੈਂ ਬੇਟੀ ਮੁਟਿਆਰ। ਇਸ ਵਿੱਚ ਉਹ ਕਹਿੰਦੀ ਹੈ ਕਿ ਬਾਬਲ ਮੇਰੇ ਨੇ ਮੈਨੂੰ ਬਹੁਤ ਦਾਜ ਦਿੱਤਾ ਹੈ, ਮੋਤੀ ਅਣਤੋਲ ਦਿੱਤੇ ਹਨ। ਉਹ ਕਹਿੰਦੀ ਹੈ ਕਿ ਮੈਂ ਆਪਣੇ ਧਰਮੀ ਬਾਬਲ ਦੀ ਬੇਟੀ ਹਾਂ ਜੋ ਕਿ ਮੁਟਿਆਰ ਹੋ ਚੁੱਕੀ ਹਾਂ। ਉਸ ਤੋਂ ਬਾਅਦ ਦਾਜ ਤੇ ਦਾਨ ਬਹੁਤ ਦਿੱਤਾ, ਦਿੱਤੇ ਸੁ ਹਸਤਲ ਦਾ, ਹਸਤਾਂ ਦੇ ਪੈਰੀ ਬਾਬਲ ਝਾਂਜਰਾਂ, ਛਣਕਾਰ ਪੈਂਦਾ ਜਾ, ਉਹ ਬਾਬਲ ਮੈਂ ਬੇਟੀ ਪਰਨਾ, ਉਹ ਬਾਬਲ ਮੈਂ ਬੇਟੀ ਪਰਨਾ। ਬੱਚੋ ਇਸ ਦੇ ਵਿੱਚ ਇੱਕ ਹਸਤ ਆਉਂਦਾ, ਹਸਤ ਦਾ ਮਤਲਬ ਹੁੰਦਾ ਹਾਥੀ, ਪਰਨਾ ਮਤਲਬ ਵਿਆਹ। ਇਸ ਵਿੱਚ ਮੁਟਿਆਰ ਧੀ ਕਹਿੰਦੀ ਹੈ ਕਿ ਉਸਦੇ ਬਾਪ ਨੇ ਉਸਦੇ ਵਿਆਹ ਲਈ ਹਾਥੀ ਲੱਦ ਕੇ ਉਸਨੂੰ ਦਾਜ ਦਿੱਤਾ ਹੈ ਅਤੇ ਦਾਜ ਤੇ ਦਾਨ ਨਾਲ ਲੱਦੇ ਹਾਥੀਆਂ ਦੇ ਪੈਰਾਂ ਦੇ ਵਿੱਚ ਬਹੁਤ
ਝਾਂਜਰਾਂ ਨੇ ਜੋ ਛਣਕਾਰ ਪੈਂਦੀ ਜਾ ਰਹੀ ਹੈ। ਮਤਲਬ ਉਹਦੇ ਬਾਬਲ ਨੇ ਉਸਦਾ ਵਿਆਹ ਬਹੁਤ ਸੁੰਦਰ ਕੀਤਾ ਹੈ, ਆਪਣਾ ਫਰਜ਼ ਨਿਭਾਇਆ ਹੈ, ਧੀ ਦਾ ਦਾਨ ਦਿੱਤਾ ਹੈ। ਇਸ ਤਰ੍ਹਾਂ ਬੇਟੀ ਆਪਣੇ ਬਾਬਲ ਲਈ ਅੰਤਾਂ ਦਾ ਪਿਆਰ ਮੋਹ ਪ੍ਰਗਟ ਕਰਦੀ ਹੈ। ਉਸ ਤੋਂ ਬਾਅਦ ਆ ਗਿਆ ਬੱਚੋ ਹਰੀਏ ਨੀ ਰਸ ਭਰੀਏ ਖਜੂਰੇ, ਤੇ ਜੋ ਇਸ ਪ੍ਰਕਾਰ ਹੈ। ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ, ਬਾਬਲ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ, ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਤੇ ਬੱਚਿਓ ਇਹ ਜਿਹੜਾ ਸੁਹਾਗ ਹੈ ਉਹ ਮਾਪਿਆਂ ਪ੍ਰਤੀ ਅੰਤਾਂ ਦਾ ਮੋਹ ਪ੍ਰਗਟ ਕਰਦਾ ਹੈ। ਉਹ ਕਹਿੰਦੀ ਹੈ ਕਿ ਉਸਦਾ ਵਿਆਹ ਹੋ ਚੁੱਕਿਆ ਹੈ, ਬਹੁਤ ਦੂਰ ਚਲੀ ਗਈ ਹੈ, ਪਰ ਫਿਰ ਵੀ ਉਸਦਾ ਪਿਆਰ ਅੱਜ ਵੀ ਆਪਣੇ ਪੇਕਿਆਂ ਪਰਿਵਾਰ ਨਾਲ ਹੈ। ਉਸ ਲੜਕੀ ਜੋ ਕਿ ਨਵੀਂ ਵਿਆਹੀ ਹੋਈ ਹੈ, ਕੋਈ ਉਸਨੂੰ ਸਵਾਲ ਕਰਦਾ ਹੈ ਕਿ ਉਸਨੂੰ ਇੰਨੀ ਦੂਰ ਕਿਸਨੇ ਵਿਆਹਿਆ ਹੈ, ਤਾਂ ਉਹ ਕੁੜੀ ਕਹਿੰਦੀ ਹੈ, ਉੱਤਰ ਦਿੰਦੀ ਹੈ ਕਿ ਉਸਦਾ ਬਾਬਲ ਦੇਸਾਂ ਦਾ ਰਾਜਾ ਹੈ, ਜੋ ਕਿ ਦੂਰ ਦੂਰ ਤੱਕ ਉਸਦੀ ਜਾਣ ਪਛਾਣ ਹੈ, ਭਾਵ ਉਹ ਖਾਂਦੇ ਪੀਂਦੇ ਘਰ ਦੀ ਕੁੜੀ ਹੈ। ਉਸਨੂੰ ਉਸਦੇ ਬਰਾਬਰ ਦਾ ਘਰ ਲੱਭਣ ਲਈ ਐਡੀ ਦੂਰ ਵਿਆਹ ਕਰਨਾ ਪਿਆ ਹੈ। ਮੇਰੀ ਮਾਂ ਮਹਿਲਾਂ ਵਿੱਚ ਰਹਿਣ ਵਾਲੀ ਰਾਣੀ ਹੈ, ਉਸਨੇ ਮੈਨੂੰ ਬਹੁਤ ਦਾਜ ਦਿੱਤਾ ਹੈ, ਜੋ ਗੱਡੇ ਭਰ ਭਰ ਕੇ ਆਇਆ ਸੀ। ਗੱਡ ਪੂਰੇ ਮਤਲਬ ਗੱਡੇ ਭਰ ਕੇ। ਇਸ ਤੋਂ ਬਾਅਦ ਆ ਗਿਆ ਬੱਚੋ ਹਰੀਏ ਨੀ ਰਸ ਭਰੀਏ ਖਜੂਰੇ, ਮਤਲਬ ਇਹ ਲੜਕੀ ਦਾ ਸੰਬੋਧਨ ਕੀਤਾ ਗਿਆ ਇਸ ਦੇ ਰਾਹੀਂ। ਕਿਨ ਦਿੱਤਾ ਐਡੀ ਦੂਰੇ, ਮਤਲਬ ਵਿਆਹ ਕਿਹਨੇ ਕੀਤਾ, ਚਾਚਾ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ, ਮਤਲਬ ਚਾਚਾ ਮੇਰਾ ਦੇਸਾਂ ਦਾ ਰਾਜਾ, ਉਹਨੇ ਮੈਨੂੰ ਐਡੀ ਦੂਰ ਵਿਆਹਿਆ। ਚਾਚੀ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ, ਮਤਲਬ ਚਾਚੀ ਮੇਰੀ ਮਹਿਲਾਂ ਦੀ ਰਾਣੀ ਹੈ, ਜਿਹਨੇ ਮੈਨੂੰ ਦਾਜ ਦਿੱਤਾ ਗੱਡੇ ਭਰ ਭਰ ਕੇ। ਹਰੀਏ ਨੀ ਰਸ ਭਰੀਏ ਖਜੂਰੀਏ, ਕਿਨ ਦਿੱਤਾ ਐਡੀ ਦੂਰੇ। ਫਿਰ ਇਹਦੇ ਵਿੱਚ ਆ ਗਿਆ ਵੀ ਇੱਕ ਲੜਕੀ ਨੂੰ ਪੁੱਛਿਆ ਜਾ ਰਿਹਾ ਵੀ ਤੈਨੂੰ ਐਡੀ ਦੂਰ ਕਿਹਨੇ ਵਿਆਹਿਆ। ਉਹ ਕਹਿੰਦੀ ਮਾਮਾ ਮੇਰਾ ਦੇਸਾਂ ਦਾ ਰਾਜਾ, ਉਸ ਦਿੱਤਾ ਐਡੀ ਦੂਰੇ, ਮਾਮੀ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਮਤਲਬ ਇਹਦੇ ਵਿੱਚ ਚਾਚਾ ਚਾਚੀ ਮਾਮੇ ਮਾਮਿਆਂ ਮਤਲਬ ਬਾਬਲ ਦਾ ਜ਼ਿਕਰ ਆਇਆ ਵੀ ਉਹਨਾਂ ਨੇ ਇੰਨੇ ਅਮੀਰ ਤੇ ਰੱਜੇ ਪੁੱਜੇ ਘਰ ਲੱਭਣ ਲਈ ਦੂਰ ਵਿਆਹਿਆ ਉਸਨੂੰ, ਤੇ ਆਪ ਵੀ ਉਹ ਰੱਜੇ ਪੁੱਜੇ ਹਨ। ਉਸ ਤੋਂ ਬਾਅਦ ਹੈ ਬੱਚੋ ਸੁਹਾਗ ਨੀਵੇਂ ਪਹਾੜਾਂ ਤੇ ਪਰਬਤ, ਹੋਰ ਨੀਵਿਆਂ ਨਾ ਕੋਈ, ਨੀਵਿਆ ਲਾਡੋ ਦਾ ਬਾਬਲ, ਜਿਹਨੇ ਬੇਟੀ ਵਿਆਹੀ। ਤੂੰ ਕਿਉਂ ਰੋਇਆ ਬਾਬਲ ਜੀ, ਜਗ ਹੁੰਦੜੀ ਆਈ, ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ ਛਮ ਰੋਇਆ, ਤੂੰ ਕਿਉਂ ਰੋਇਆ ਵੇ ਬਾਬਲ ਜੀ, ਜਗ ਹੁੰਦੜੀ ਆਈ। ਇਸ ਦੇ ਵਿੱਚ ਬੱਚੋ ਦੱਸਿਆ ਗਿਆ ਹੈ ਕਿ ਧੀ ਨੂੰ ਤੋਰਨ ਸਮੇਂ ਬਾਬਲ ਤੇ ਚਾਚਿਆਂ ਤਾਇਆਂ ਨੂੰ ਨੀਵਣਾ ਪੈਂਦਾ ਹੈ, ਭਾਵੇਂ ਉਹ ਬਹੁਤ ਉੱਚੇ ਅਹੁਦੇ ਵਾਲੇ ਹੋਣ। ਜਦੋਂ ਬਾਬਲ ਨੇ ਆਪਣੀ ਧੀ ਨੂੰ ਵਿਆਹ ਕੇ ਬੇਗਾਨਿਆਂ ਨਾਲ ਤੋਰ ਦਿੱਤਾ, ਤਦੋਂ ਹੋਰ ਤਾਂ ਕੋਈ ਨਹੀਂ ਨਿਵਿਆ, ਪਰ ਉਹਨਾਂ ਨੂੰ ਨਿਵਣਾ ਪਿਆ। ਉਸ ਨੂੰ ਪ੍ਰਤੀਤ ਹੋਇਆ ਕਿ ਜਿਵੇਂ ਪਹਾੜਾਂ ਤੇ ਉੱਚੀਆਂ ਚੋਟੀਆਂ ਨਿਵ ਗਈਆਂ ਹੋਣ। ਹੇ ਬਾਬਲ, ਤੂੰ ਧੀ ਨੂੰ ਤੋਰ ਕੇ ਇਉਂ ਰੋਇਆ ਹੈ। ਧੀਆਂ ਨੂੰ ਬਾਬਲ ਦਾ ਆਪਣੇ ਹੱਥੀਂ ਤੋਰਨਾ ਤਾਂ ਦੁਨੀਆ ਦਾ ਪੁਰਾਣਾ ਦਸਤੂਰ ਹੈ। ਇਹ ਗੱਲ ਤੂੰ ਰੋਹੀ ਹੁੰਦੀ ਆਈ ਹੈ। ਮੋਰਾਂ ਨੂੰ ਪਹਿਲਾਂ ਪਾਉਂਦੇ ਅਰਥਾਤ ਸਹੁਰੇ ਪਰਿਵਾਰ ਦੀਆਂ ਖੁਸ਼ੀਆਂ ਮਨਾਉਂਦੇ ਦੇਖ ਕੇ ਬਾਬਲ ਅਥਰੂ ਕੇਰ ਕੇਰ ਕੇ ਰੋ ਰਿਹਾ ਹੈ। ਹੇ ਬਾਬਲ, ਤੂੰ ਕਿਉਂ ਰੋ ਰਿਹਾ ਹੈ। ਧੀਆਂ ਨੂੰ ਤੋਰਨ ਦਾ ਕੰਮ ਤਾਂ ਦੁਨੀਆ ਬਹੁਤ ਪੁਰਾਣੇ ਸਮੇਂ ਤੋਂ ਕਰਦੀ ਆਈ ਹੈ। ਤੇ ਉਸ ਤੋਂ ਬਾਅਦ ਨੀਵੇਂ ਪਹਾੜਾਂ ਤੇ ਪਰਬਤ, ਹੋਰ ਨਿਵਿਆ ਨਾ ਕੋਈ, ਮਤਲਬ ਹੋਰ ਕੋਈ ਨਹੀਂ ਨਿਵਿਆ ਹੈਗਾ। ਕੌਣ ਨਿਵਿਆ? ਤਾਇਆ। ਨਿਵਿਆ ਲਾਡੋ ਦਾ ਤਾਇਆ, ਲਾਡੋ ਮਤਲਬ ਲੜਕੀ, ਜਿਹਨੇ ਬੇਟੀ ਵਿਆਹੀ, ਜਿਹਨੇ ਕੁੜੀ ਵਿਆਹੀ ਹੈ। ਤੂੰ ਕੀ ਰੋਇਆ ਤਾਇਆ ਜੀ, ਜਗ ਹੁੰਦੜੀ ਆਈ। ਉਹ ਕਹਿੰਦੀ ਵੀ ਤੈਨੂੰ ਰੋਣ ਦੀ ਲੋੜ ਨਹੀਂ ਹੈ, ਸਾਰੇ ਸੰਸਾਰ ਨਾਲ ਹੀ ਹੁੰਦੀ ਆਈ ਹੈ। ਹੁੰਦੜੀ ਮਤਲਬ ਹੁੰਦੀ ਆਈ ਹੈ। ਮੋਰਾਂ ਦੀਆਂ ਪੈਲਾਂ ਦੇਖ ਕੇ ਤਾਇਆ ਛਮ ਛਮ ਰੋਇਆ। ਤੂੰ ਕਿਉਂ ਰੋਇਆ ਤਾਇਆ ਜੀ, ਜਗ ਹੁੰਦੜੀ ਆਈ, ਮਤਲਬ ਤੈਨੂੰ ਰੋਣ ਦੀ ਲੋੜ ਨਹੀਂ, ਕਿਉਂਕਿ ਸਾਰੇ ਸੰਸਾਰ ਨਾਲ ਹੁੰਦੀ ਆਈ ਹੈ। ਨੀਵੇਂ ਪਹਾੜਾਂ ਤੇ ਪਰਬਤ, ਹੋਰ ਨੀਵਿਆ ਨਾ ਕੋਈ, ਮਤਲਬ ਬਹੁਤ ਸੋਹਣਾ ਸੁਹਾਗ ਹੈ ਬੱਚੋ, ਭਾਵਨਾ ਨਾਲ ਭਰਿਆ ਹੋਇਆ। ਉਸ ਤੋਂ ਬਾਅਦ ਹੈ ਬੱਚੋ ਸਾਡਾ ਚਿੜੀਆਂ ਦਾ ਚੰਬਾ। ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ। ਬੱਚੋ ਇਸ ਵਿੱਚ ਵਿਆਹੀ ਜਾ ਚੁੱਕੀ ਧੀ, ਜੋ ਕਿ ਮਤਲਬ ਤੁਰ ਰਹੀ ਹੈ ਸਹੁਰੇ ਘਰ ਵੱਲ ਨੂੰ, ਉਹ ਕਹਿੰਦੀ ਹੈ ਕਿ ਮੈਂ ਆਪਣੇ ਪੇਕੇ ਘਰ ਹੀ ਰਹਿਣਾ ਹੈ। ਉਹ ਵਾਸਤੇ ਪਾ ਰਹੀ ਹੈ ਆਪਣੇ ਬਾਪ ਨੂੰ, ਆਪਣੇ ਪਿਤਾ ਨੂੰ, ਕਿ ਮੈਨੂੰ ਨਾ ਤੋਰ, ਮੈਂ ਇੱਥੇ ਹੀ ਰਹਿਣਾ। ਉਹ ਬਹਾਨੇ ਬਣਾ ਰਹੀ ਹੈ, ਜਿਹੜੇ ਕਿ ਬਹਾਨੇ ਅੱਗੇ ਆਉਣਗੇ ਵੀ ਮੈਂ ਇੱਥੇ ਹੀ ਰਹਿਣਾ, ਵੀ ਤੇਰੇ ਕੰਮ ਕੌਣ ਕਰੂਗਾ। ਉਹ ਕਹਿੰਦੀ ਸਾਡੀ ਲੰਮੀ ਉਡਾਰੀ ਦੇ, ਬਾਬਲ ਕਿਹੜੇ ਦੇਸ਼ ਜਾਣਾ, ਵੀ
ਜਿੱਦਾਂ ਇੱਕ ਚਿੜੀਆਂ ਦਾ ਚੰਬਾ ਹੁੰਦਾ ਉਡਾਰੀ ਮਾਰ ਕੇ ਦੂਰ ਚਲਾ ਜਾਂਦਾ, ਇਸ ਤਰ੍ਹਾਂ ਕੁੜੀਆਂ ਵੀ ਚਿੜੀਆਂ ਵਰਗੀਆਂ ਹੀ ਹੁੰਦੀਆਂ ਨੇ। ਉਹਨਾਂ ਦਾ ਪਤਾ ਨਹੀਂ ਵਿਆਹ ਕਰਾ ਕੇ ਕਿੱਥੇ ਚਲੇ ਜਾਣਾ। ਕੁੜੀ ਬਹਾਨਾ ਲਾਉਂਦੀ ਹੈ ਵੀ ਮੇਰਾ ਡੋਲਾ ਤੇਰੇ ਮਹਿਲਾਂ ਦੇ ਵਿੱਚੋਂ ਲੰਘਣਾ ਨਹੀਂ, ਤੂੰ ਮੈਨੂੰ ਨਾ ਵਿਆਹ। ਬਾਬਲ ਕਹਿੰਦਾ ਵੀ ਮੈਂ ਤੈਨੂੰ ਵਿਆਹ ਕੇ ਤੋਰਨਾ ਏ, ਚਾਹੇ ਮੈਂ ਇੱਕ ਇੱਟ ਪੁਟਾ ਦੂੰਗਾ। ਫਿਰ ਅੱਗੇ ਧੀ ਕਹਿੰਦੀ ਹੈ ਤੇਰੇ ਬਾਗਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂ ਲੰਘਦਾ। ਉਹ ਕਹਿੰਦੇ ਤੇਰੇ ਬਾਗ ਇੰਨੇ ਸੰਘਣੇ ਨੇ, ਮੇਰਾ ਡੋਲਾ ਨਹੀਂ ਲੰਘਣਾ, ਮੈਨੂੰ ਨਾ ਵਿਆਹ। ਤਾਂ ਬਾਬਲ ਕਹਿੰਦਾ ਏ ਇੱਕ ਟਾਹਲੀ ਪੁਟਾ ਦੇਵਾਂ, ਧੀ ਘਰ ਜਾ ਆਪਣੇ, ਵੀ ਮੈਂ ਟਾਹਲੀ ਪੁਟਾ ਦੂੰਗਾ ਪਰ ਤੂੰ ਆਪਣੇ ਘਰ ਜਾ। ਉਸ ਤੋਂ ਬਾਅਦ ਹੈ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇ। ਉਹ ਲੜਕੀ ਕਹਿੰਦੀ ਹੈ ਵੀ ਜਿਹੜੀਆਂ ਮੇਰੇ ਗੁੱਡੀਆਂ ਪਟੋਲੇ ਪਏ ਨੇ ਕੌਣ ਖੇਡੂਗਾ, ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ ਆਪਣੇ, ਵੀ ਤੂੰ ਹੁਣ ਵਿਆਹ ਕੇ ਜਾ, ਵੀ ਹੁਣ ਤੇਰੀ ਜਗ੍ਹਾ ਮੇਰੀਆਂ ਪੋਤਰੀਆਂ ਨੇ ਲੈ ਲਈ ਹੈ। ਫਿਰ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਚਰਖਾ ਕੌਣ ਕੱਤੇ। ਧੀ ਫੇਰ ਬਹਾਨਾ ਲਾਉਂਦੀ ਹੈ ਵੀ ਤੇਰੇ ਮਹਿਲਾਂ ਦੇ ਵਿੱਚ ਚਰਖਾ ਕੌਣ ਕੱਤੂ, ਮੇਰੀਆਂ ਕੱਤਣ ਪੋਤਰੀਆਂ, ਧੀਏ ਘਰ ਜਾ ਆਪਣੇ, ਵੀ ਮੇਰੇ ਚਰਖਾ ਮੇਰੀਆਂ ਪੋਤਰੀਆਂ ਕੱਤ ਲੈਣਗੀਆਂ, ਵੀ ਤੂੰ ਘਰ ਜਾ। ਮੇਰਾ ਛੁੱਟਾ ਕਸੀਦਾ ਵੇ ਬਾਬਲ ਦੱਸ ਕੌਣ ਕੱਢੇ। ਵੀ ਲੜਕੀ ਜੋ ਫੁਲਕਾਰੀ ਦੀ ਕਿਸਮ ਕਸੀਦਾ ਕੱਢ ਰਹੀ ਸੀ, ਵੀ ਉਹ ਕੌਣ ਕੱਢੇਗਾ ਅੱਗੇ ਜਾ ਕੇ। ਉਹ ਕਹਿੰਦੇ ਬਾਬਲ ਕਹਿੰਦਾ ਵੀ ਮੇਰੀਆਂ ਕੱਢਣ ਪੋਤਰੀਆਂ, ਧੀਏ ਘਰ ਜਾ ਆਪਣੇ। ਧੀ ਬਹੁਤ ਵਾਸਤੇ ਪਾਉਂਦੀ ਹੈ ਕਿਉਂਕਿ ਉਸਦਾ ਮੋਹ ਪਿਆਰ ਉਸਦੇ ਘਰ ਨਾਲ ਜੁੜਿਆ ਹੋਇਆ, ਇੰਨੀ ਦੇਰ ਤੋਂ ਇੱਥੇ ਰਹਿ ਰਹੀ ਹੈ ਉਹਨੂੰ ਛੱਡ ਕੇ ਜਾਣਾ ਬਹੁਤ ਮੁਸ਼ਕਿਲ ਲੱਗਦਾ, ਪਰ ਬਾਬਲ ਮਜਬੂਰ ਹੁੰਦਾ ਹੈ। ਤਾਂ ਬੱਚਿਓ ਅਖੀਰਲਾ ਜੋ ਸੁਹਾਗ ਹੈ, ਨਿੱਕੀ ਜਿਹੀ ਸੂਈ ਵਟਮਾ ਧਾਗਾ, ਬਹੁਤ ਸੋਹਣਾ ਸੁਹਾਗ। ਇਸ ਦੇ ਵਿੱਚ ਹੈ ਨਿੱਕੀ ਜਿਹੀ ਸੂਈ ਵਟਮਾ ਧਾਗਾ, ਬੈਠ ਕਸੀਦਾ ਕੱਢ ਰਹੀ ਹਾਂ। ਨਿੱਕੀ ਜਿਹੀ ਸੂਈ ਵਟਮਾ ਧਾਗਾ, ਬੈਠ ਕਸੀਦਾ ਕੱਢ ਰਹੀ ਹਾਂ। ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬੀ ਰੋ ਰਹੀ ਹਾਂ। ਬਾਬਲ ਮੇਰੇ ਕਾਜ ਰਚਾਇਆ, ਮੈਂ ਪਰਦੇਸਣ ਹੋ ਰਹੀ ਹਾਂ। ਇਸ ਲੋਕ ਗੀਤ ਸੁਹਾਗ ਦੇ ਵਿੱਚ ਬਹੁਤ ਕਰੁਣਾ ਰਸ ਹੈ। ਇਸ ਵਿੱਚ ਕੁੜੀ ਦਾ ਵਿਆਹ ਧਰਿਆ ਹੋਇਆ ਹੈ, ਕੁੜੀ ਆਪਣੇ ਮਾਪਿਆਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ, ਉਹ ਬਹੁਤ ਰੋ ਰਹੀ ਹੈ। ਕੁੜੀ ਦੀ ਸੂਈ ਨਿੱਕੀ ਜਿਹੀ ਸੂਈ ਹੈ, ਵਟਮਾ ਧਾਗਾ ਇਹ ਕਸੀਦਾ ਕੱਢ ਰਹੀ ਹੈ। ਲੋਕ ਪੁੱਛਦੇ ਨੇ ਤੂੰ ਕਿਉਂ ਰੋ ਰਹੀ ਹੈ, ਮਤਲਬ ਵਿਆਹ ਦੀ ਤਿਆਰੀ ਕਰ ਰਹੀ ਹੁੰਦੀ ਹੈ। ਉਹ ਕਹਿੰਦੀ ਹੈ ਵੀ ਬਾਬਲ ਨੇ ਮੇਰਾ ਕਾਜ ਮਤਲਬ ਵਿਆਹ ਰਚਾ ਦਿੱਤਾ, ਹੋਣ ਵਾਲਾ ਏ, ਮੈਂ ਪਰਦੇਸਣ ਹੋਣ ਲੱਗੀ ਹਾਂ। ਅੱਗੇ ਆ ਗਿਆ ਨਿੱਕੀ ਜਿਹੀ ਸੂਈ ਵਟਮਾ ਧਾਗਾ, ਬੈਠ ਕਸੀਦਾ ਕੱਢ ਰਹੀ ਹਾਂ। ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬੀ ਰੋ ਰਹੀ ਹਾਂ। ਚਾਚੇ ਮੇਰੇ ਕਾਜ ਰਚਾਇਆ, ਮੈਂ ਪਰਦੇਸਣ ਹੋ ਰਹੀ ਹਾਂ, ਮਤਲਬ ਚਾਚੇ ਨੇ ਵੀ ਕਾਜ ਰਚਾਤਾ, ਮੈਂ ਪਰਦੇਸਣ ਹੋ ਰਹੀ ਹਾਂ। ਅੱਗੇ ਵੀ ਆ ਗਿਆ ਬੱਚੋ ਨਿੱਕੀ ਜਿਹੀ ਸੂਈ ਵਟਮਾ ਧਾਗਾ, ਬੈਠ ਕਸੀਦਾ ਕੱਢ ਰਹੀ ਹਾਂ। ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬੀ ਰੋ ਰਹੀ ਹਾਂ। ਵੀਰ ਮੇਰੇ ਕਾਜ ਰਚਾਇਆ, ਮੈਂ ਪਰਦੇਸਣ ਹੋ ਰਹੀ ਹਾਂ, ਵੀ ਵੀਰ ਨੇ ਵੀ ਮੇਰੇ ਕਾਜ ਰਚਾਤਾ, ਮੈਂ ਪਰਦੇਸਣ ਹੋਣ ਲੱਗੀ ਹਾਂ। ਨਿੱਕੀ ਜਿਹੀ ਸੂਈ ਵਟਮਾ ਧਾਗਾ, ਬੈਠ ਕਸੀਦਾ ਕੱਢ ਰਹੀ ਹਾਂ। ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬੀ ਰੋ ਰਹੀ ਹਾਂ। ਮਾਮੇ ਮੇਰੇ ਕਾਜ ਰਚਾਇਆ, ਮੈਂ ਪਰਦੇਸਣ ਹੋ ਰਹੀ ਹਾਂ। ਤਾਂ ਲੜਕੀ ਮਾਮਿਆਂ ਦੀ ਗੱਲ ਕਰਦੀ ਹੈ, ਭਰਾ ਦੀ ਗੱਲ ਕਰਦੀ ਹੈ, ਬਾਬਲ ਦੀ ਚਾਚੇ ਦੀ ਗੱਲ ਕਰਦੀ ਹੈ ਵੀ ਉਹਨਾਂ ਨੇ ਮੇਰਾ ਕਾਜ ਰਚਾਤਾ, ਮਤਲਬ ਵਿਆਹ ਕਰਤਾ, ਮੈਂ ਪਰਦੇਸਣ ਹੋ ਰਹੀ ਹਾਂ। ਤੇ ਇਸ ਤਰ੍ਹਾਂ ਬੱਚਿਓ ਆਪਾਂ ਹੁਣ ਪ੍ਰਸ਼ਨ ਉੱਤਰ ਲੈ ਕੇ ਆਵਾਂਗੇ ਕਿ ਸੁਹਾਗ ਇਸਤਰੀਆਂ ਵੱਲੋਂ ਕਿਸ ਦੇ ਵਿਆਹ ਤੇ ਗਾਏ ਜਾਂਦੇ ਹਨ, ਕੁੜੀ ਦੇ ਵਿਆਹ ਤੇ ਗਾਏ ਜਾਂਦੇ ਹਨ। ਤੇ ਕੁੜੀ ਦੇ ਵਿਆਹ ਦਾ ਨਿਰਣਾ ਕੌਣ ਕਰਦਾ ਹੈ, ਬਾਬਲ। ਬਹੁਤੇ ਸੁਹਾਗ ਧੀ ਵੱਲੋਂ ਕਿਸ ਨੂੰ ਸੰਬੋਧਿਤ ਹੁੰਦੇ ਹਨ, ਬਾਬਲ ਨੂੰ। ਬਾਬਲ ਧੀ ਦਾ ਵਿਆਹ ਕਿਹੋ ਜਿਹਾ ਕਾਰਜ ਸਮਝ ਕੇ ਕਰਦਾ ਹੈ, ਪੁੰਨ ਦਾ ਤੇ ਜਸ ਦਾ, ਧਰਮ ਦਾ। ਧੀ ਦੇ ਵਿਆਹ ਦਾ ਕਾਰਜ ਕਿਹਨਾਂ ਦੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ, ਪਰਿਵਾਰ ਤੇ ਸਾਕ ਸੰਬੰਧੀਆਂ ਦੀ। ਸੁਹਾਗ ਦੇ ਗੀਤਾਂ ਵਿੱਚ ਧੀ ਲਈ ਬਾਬਲ ਕੀ ਹੈ, ਰਾਜਾ। ਸੁਹਾਗ ਦੇ ਗੀਤਾਂ ਵਿੱਚ ਧੀ ਲਈ ਬਾਪ ਦਾ ਘਰ ਕੀ ਹੈ, ਮਹਿਲ। ਕੌਣ ਧੀ ਨੂੰ ਵਿਆਹੁਣ ਸਮੇਂ ਨਿਭ ਜਾਂਦਾ ਹੈ, ਧੀ ਦਾ ਬਾਪ। ਧੀ ਦੇ ਪੇਕੇ ਪਰਿਵਾਰ ਤੋਂ ਵਿਛੜਨ ਸਮੇਂ ਦੀ ਘੜੀ ਕਿਹੋ ਜਿਹੀ ਹੁੰਦੀ ਹੈ, ਭਾਵੁਕਤਾ ਵਾਲੀ। ਸੁਹਾਗ ਦੇ ਗੀਤਾਂ ਨੂੰ ਕੌਣ ਰਲ ਕੇ ਗਾਉਂਦੀਆਂ ਹਨ, ਇਸਤਰੀਆਂ। ਸੁਹਾਗ ਦੇ ਗੀਤ ਕਿਸ ਤਰ੍ਹਾਂ ਬਦਲ ਜਾਂਦੇ ਹਨ, ਸਮੇਂ ਤੇ ਇਲਾਕੇ ਦੇ ਅਨੁਸਾਰ। ਸੁਹਾਗ ਦੇ ਗੀਤ ਭਾਵ ਬਣਤਰ ਦੇ ਪੱਖੋਂ ਕਿਹੋ ਜਿਹੇ ਹੁੰਦੇ ਹਨ, ਸਰਲ ਸਾਦਾ। ਸੋ ਬੱਚਿਓ ਇਹ ਸਨ ਸੁਹਾਗ, ਉਹਨਾਂ ਦੇ ਪ੍ਰਸ਼ਨ ਉੱਤਰ। ਮਤਲਬ ਇਹਨਾਂ ਦੇ ਵਿੱਚ ਦੇਖਿਆ ਵੀ ਧੀ ਬਹੁਤ ਦੁਖੀ ਹੁੰਦੀ ਹੈ। ਬੱਚਿਓ ਦੁਖੀ ਤਾਂ ਹੋਣਾ ਹੀ ਹੈ ਵੀ ਜਿਹੜੇ ਘਰ ਦੇ ਵਿੱਚ ਉਹ ਜੰਮੀ ਜਾਈ ਹੁੰਦੀ ਹੈ, ਰਹੀ ਹੁੰਦੀ ਹੈ, ਉਹਨੂੰ ਛੱਡ ਕੇ ਬਿਲਕੁਲ ਦੂਰ ਚਲੇ ਜਾਣਾ, ਤੇ ਫਿਰ ਜਦੋਂ ਉਹਨੇ ਆਪਣੇ ਮਾਪਿਆਂ ਨੂੰ ਮਿਲਣਾ ਹੁੰਦਾ ਹੈ ਉਸ ਲਈ ਵੀ ਉਹਨੂੰ ਪੁੱਛਣਾ ਪੈਂਦਾ।
ਇਸ ਕਰਕੇ ਵਾਰੀ-ਵਾਰੀ ਉਦਾਸੀ ਦੇ ਭਾਵ ਆਏ ਨੇ ਅਤੇ ਇਹੀ ਸੁਹਾਗ ਨੇ ਜੋ ਇੱਕ ਲੜਕੀ ਦੇ ਮਨ ਨੂੰ ਪੇਸ਼ ਕਰਦੇ ਨੇ। ਪਰ ਸੁਹਾਗ ਦੇ ਵਿੱਚ ਲੜਕੀ ਹਮੇਸ਼ਾ ਆਪਣੇ ਮਾਪਿਆਂ ਨਾਲ ਜੁੜੀ ਹੁੰਦੀ ਹੈ ਅਤੇ ਜੀਵਨ ਦੇ ਵਿੱਚ ਵੀ ਉਹ ਹਮੇਸ਼ਾ ਜੁੜੀ ਹੁੰਦੀ ਹੈ। ਉਮੀਦ ਹੈ ਕਿ ਤੁਸੀਂ ਇਸ ਨੂੰ ਸੁਣਿਆ ਸਮਝਿਆ ਅਤੇ ਇੱਕ ਲੜਕੀ ਦੇ ਮਨੋਭਾਵਾਂ ਦੀ ਹਮੇਸ਼ਾ ਤੁਸੀਂ ਕਦਰ ਕਰੋਗੇ ਅਤੇ ਸਤਿਕਾਰ ਕਰੋਗੇ। ਧੰਨਵਾਦ ਬੱਚਿਓ। ਚੜ੍ਹ ਚੁਬਾਰੇ ਸੁੱਤਿਆ ਬਾਬਲਾ, ਤੈਨੂੰ ਆਈ ਬਨੇਰੇ ਦੀ ਛਾਂ। ਤੂੰ ਸੁੱਤਾ ਲੋਕੀ ਜਾਗਦੇ, ਕਰ ਬੇਟੜੀ ਹੋਈ ਮੁਟਿਆਰ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀਆਂ ਤਲਾ। ਮੈਲ ਹੋਵੇ ਝੱਟ ਚੜ ਜਾਵੇ ਵਾਰੀ, ਰੂਪ ਨਾ ਚੜਿਆ ਜਾ। ਚੰਨਣ ਦੇ ਓਲੇ ਓਲੇ ਕਿਉਂ ਖੜੀ ਨੀ ਜਾਈਏ, ਚੰਨਣ ਦੇ ਓਲੇ ਓਲੇ ਕਿਉਂ ਖੜੀ ਜੀ, ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਰ। ਬਾਬਲ ਵਾਰ ਲੋੜੀਏ ਨੀ ਜਾਈਏ, ਕਿਹੋ ਜਿਹਾ ਵਰ ਲੋੜੀਏ ਨੀ ਜਾਈਏ, ਕਿਹੋ ਜਿਹਾ